माघ महात्म का तीसरा अध्याय। राजा दलीप कहन लगे कि महाराज ये पर्वत कितना उच्चा है ते कितना लंबा है। तद वशीष जी ने कहा 36 योजन, 1 योजन 4 को दा हुंदा है। ਉੱਚਾ ਅਤੇ ਚੋਟੀ ਵਿੱਚ 10 ਯੋਜਨ ਚੌੜਾ ਅਤੇ ਥੱਲਿਓਂ 16 ਯੋਜਨ ਲੰਬਾ ਹੈ। ਜਿਹੜਾ ਹਰੀ ਚੰਦਨ, ਅੰਬ, ਮਦਾਰ, ਦੇਵਦਾਰ ਅਤੇ ਅਰਜੁਨ ਦੇ ਦਰਖਤਾਂ ਨਾਲ ਸੁਸ਼ੋਭਿਤ ਹੈ। ਕਾਲਾ ਗੁਰੂ ਲਵੰਗ ਦੇ ਦਰਖਤਾਂ ਅਤੇ ਟਹਿਣੀਆਂ ਨਾਲ ਅਤੇ ਕੁੰਜਾਂ ਨਾਲ ਸ਼ੋਭਾ ਵੱਧ ਰਿਹਾ ਹੈ। ਅਕਾਲ ਨਾਲ ਦੁਖੀ ਹੋ ਕੇ ਇਸ ਸੁੰਦਰ ਪਰਬਤ ਨੂੰ ਫਲ ਫੁੱਲਾਂ ਨਾਲ ਭਰਿਆ ਹੋਇਆ ਵੇਖ ਕੇ ਭਿੱਗੂ ਜੀ ਉੱਥੇ ਹੀ ਰਹਿਣ ਲੱਗੇ ਅਤੇ ਉੱਥੋਂ ਦੀਆਂ ਗੁਫਾਵਾਂ, ਛੋਟੇ ਬਾਗਾਂ ਅਤੇ ਜੰਗਲਾਂ ਵਿੱਚ ਬਹੁਤ ਦਿਨਾਂ ਤੱਕ ਤਪ ਕਰਦੇ ਰਹੇ। ਇੱਕ ਵਿਦਿਆਧਰ ਆਪਣੀ ਪਤਨੀ ਸਹਿਤ ਉਤਰਿਆ। ਉਹ ਬਹੁਤ ਦੁਖੀ ਸੀ। ਉਹਨਾਂ ਨੇ ਭਿੱਗੂ ਰਿਸ਼ੀ ਨੂੰ ਦੇਖ ਕੇ ਪ੍ਰਣਾਮ ਕੀਤਾ। ਪ੍ਰਣਾਮ ਕਰਨ ਤੋਂ ਬਾਅਦ ਉਹ ਉੱਥੇ ਬੈਠ ਗਏ। ਤਦ ਭਿੱਗੂ ਰਿਸ਼ੀ ਨੇ ਕਿਹਾ ਕਿ ਵਿਦਿਆਧਰ, ਤੁਸੀਂ ਬਹੁਤ ਦੁਖੀ ਹੋ, ਇਸ ਦਾ ਕੀ ਕਾਰਨ ਹੈ? ਵਿਦਿਆਧਰ ਕਹਿਣ ਲੱਗੇ ਕਿ ਮਹਾਰਾਜ, ਆਪਣੇ ਪੁੰਨ ਦੇ ਪ੍ਰਤਾਪ ਨਾਲ ਸਵਰਗ ਅਤੇ ਦੇਵਤਾ ਸਮਾਨ ਸਰੀਰ ਪਾ ਕੇ ਵੀ ਮੇਰਾ ਮੂੰਹ ਰਾਖਸ਼ ਦੇ ਸਮਾਨ ਹੈ। ਇਹੀ ਮੇਰੇ ਦੁੱਖ ਅਤੇ ਅਸ਼ਾਂਤੀ ਦਾ ਕਾਰਨ ਹੈ। ਮੇਰੀ ਵਿਆਕੁਲਤਾ ਦਾ ਦੂਸਰਾ ਕਾਰਨ ਵੀ ਸੁਣੋ। ਮੇਰੀ ਪਤਨੀ ਬਹੁਤ ਸੁੰਦਰ, ਮਿੱਠਾ ਬੋਲਣ ਵਾਲੀ, ਨੱਚਣ ਅਤੇ ਗਾਉਣ ਦੀ ਕਲਾ ਵਿੱਚ ਬਹੁਤ ਨਿਪੁੰਨ, ਸਾਫ ਚਿੱਤ ਵਾਲੀ ਹੈ। 7 ਸੁਰਾਂ ਵਿੱਚ ਬੀਣਾ ਵਜਾ ਕੇ ਜਿਸ ਨੇ ਆਪਣੇ ਗਲੇ ਨਾਲ ਗਾ ਕੇ ਨਾਰਦ ਜੀ ਨੂੰ ਮੁਗਧ ਕੀਤਾ। ਅਨੇਕ ਤਰ੍ਹਾਂ ਦੇ ਸਵਰਾਂ ਦੇ ਨਾਦ ਨਾਲ ਬੀਣਾ ਵਾਦਨ, ਅਨੇਕ ਤਰ੍ਹਾਂ ਦੇ ਸਵਰਾਂ ਦੇ ਨਾਦ ਨਾਲ ਬੀਣਾ ਵਾਦਨ ਕਰਕੇ ਕੁਬੇਰ ਨੂੰ ਵੀ ਬਹੁਤ ਖੁਸ਼ ਕੀਤਾ। ਜਿਸ ਦੇ ਪੰਚਮ ਸਵਰ ਅਤੇ ਅੰਗ ਸੰਚਾਲਨ ਨੂੰ ਦੇਖ ਕੇ ਸ਼ਿਵਜੀ ਵੀ ਰੋਮਾਂਚਿਤ ਹੋ ਗਏ। ਸ਼ੀਲ, ਉਦਾਰਤਾ, ਰੂਪ ਅਤੇ ਯੋਵਨ ਵਿੱਚ ਸਵਰਗ ਦੀ ਕੋਈ ਅਪਸਰਾ ਵੀ ਉਸਦੇ ਸਮਾਨ ਨਹੀਂ ਹੈ। ਕਿੱਥੋਂ ਇਹੋ ਜਿਹੀ ਚੰਦਰਮੁਖੀ ਇਸਤਰੀ ਅਤੇ ਕਿੱਥੇ ਮੈਂ ਵਿਆਗਰ ਮੂੰਹ ਵਾਲਾ। ਇਹੀ ਚਿੰਤਾ ਮੈਨੂੰ ਰਾਤ ਦਿਨ ਸਤਾਉਂਦੀ ਹੈ। ਵਿਦਿਆਧਰ ਦੀਆਂ ਇਹ ਗੱਲਾਂ ਸੁਣ ਕੇ ਤਿੰਨਾਂ ਲੋਕਾਂ ਦੀ, ਭੂਤ, ਭਵਿੱਖ ਅਤੇ ਵਰਤਮਾਨ ਦੀ ਹਰ ਗੱਲ ਜਾਣਨ ਵਾਲੇ ਅਤੇ ਦ੍ਰਿੜ ਦ੍ਰਿਸ਼ਟੀ ਵਾਲੇ ਭਿੱਗੂ ਜੀ ਕਹਿਣ ਲੱਗੇ ਕਿ ਹੇ ਵਿਦਿਆਧਰ, ਕਰਮ ਦੇ ਵਚਿੱਤਰ ਫਲਾਂ ਨੂੰ ਪ੍ਰਾਪਤ ਹੋ ਕੇ ਗਿਆਨੀ ਪੁਰਸ਼ ਵੀ ਮੋਹਿਤ ਹੋ ਜਾਂਦੇ ਹਨ। ਮੁਖੀ ਦੇ ਪੈਰ ਜਿਨ੍ਹਾਂ ਜ਼ਹਿਰ ਵੀ ਪ੍ਰਾਣ ਲੈਣ ਵਾਲਾ ਹੋ ਜਾਂਦਾ ਹੈ। ਛੋਟੇ ਛੋਟੇ ਪਾਪਾਂ ਦਾ ਫਲ ਵੀ ਬਹੁਤ ਦੁਖਦਾਈ ਹੋ ਜਾਂਦਾ ਹੈ। ਤੁਸੀਂ ਮਾਘ ਮਹੀਨੇ ਦੀ ਏਕਾਦਸ਼ੀ ਦਾ ਵਰਤਣਾ ਕਰਕੇ ਦਵਾਸ਼ੀ ਆਉਣ ਤੋਂ ਪਹਿਲਾਂ ਹੀ ਸਰੀਰ ਉੱਤੇ ਤੇਲ ਲਗਾਇਆ ਸੀ। ਇਸੇ ਪਾਪ ਨਾਲ ਤੁਸੀਂ ਵਿਆਗਰ ਹੋਏ। ਏਕਾਦਸ਼ੀ ਦੇ ਦਿਨ ਵਰਤ ਕਰਕੇ ਦਵਾਸ਼ੀ ਨੂੰ ਤੇਲ ਲਗਾਉਣ ਨਾਲ ਰਾਜਾ ਪੂਰਵਾ ਨੇ ਵੀ ਕਰੂਪ ਪਾਇਆ ਸੀ। ਤਦ ਉਹ ਆਪਣੇ ਇਸ ਤਰ੍ਹਾਂ ਦੇ ਰੂਪ ਨੂੰ ਵੇਖ ਕੇ ਦੁਖੀ ਹੋ ਗਿਆ। ਹਿਮਾਲਿਆ ਪਰਬਤ ਉੱਤੇ ਦੇਵ ਸਰੋਵਰ ਦੇ ਕੰਢੇ ਉੱਤੇ ਗਿਆ ਅਤੇ ਸ਼ਰਧਾ ਪੂਰਵਕ ਸ਼ੁੱਧ ਇਸ਼ਨਾਨ ਕਰ ਕੁਸ਼ਾ ਦੇ ਆਸਨ ਉੱਤੇ ਬੈਠ ਕੇ ਭਗਵਾਨ ਕਮਲ ਨੇਤਰ, ਸ਼ੰਖ ਚੱਕਰ, ਗਦਾ ਅਤੇ ਪਦਮ ਨੂੰ ਧਾਰਨ ਕਰਨ ਵਾਲੇ ਪੀਤਾਂਬਰ ਅਤੇ ਵਨਮਾਲਾ ਪਹਿਨੇ ਸ਼੍ਰੀ ਵਿਸ਼ਨੂੰ ਭਗਵਾਨ ਦਾ ਚਿੰਤਨ ਕਰਦੇ ਹੋਏ ਰਾਜਾ ਪੂਰਵਾ ਨੇ 3 ਮਹੀਨੇ ਤੱਕ ਬਿਨਾਂ ਕੁਝ ਖਾਧੇ ਪੀਤੇ ਰਹਿ ਕੇ ਭਗਵਾਨ ਦਾ ਚਿੰਤਨ ਕੀਤਾ। ਇਸ ਤਰ੍ਹਾਂ 7 ਜਨਮਾਂ ਵਿੱਚ ਖੁਸ਼ ਹੋਣ ਵਾਲੇ ਭਗਵਾਨ ਰਾਜਾ ਦੇ 3 ਮਹੀਨੇ ਦੇ ਤਪ ਤੋਂ ਹੀ ਬਹੁਤ ਖੁਸ਼ ਹੋ ਕੇ ਅਤੇ ਮਾਘ ਸ਼ੁਕਲ ਪੱਖ ਦੀ ਏਕਾਦਸ਼ੀ ਨੂੰ ਭਗਵਾਨ ਨੇ ਆਪਣੇ ਸ਼ੰਖ ਦੇ ਜਲ ਨਾਲ ਰਾਜਾ ਨੂੰ ਪਵਿੱਤਰ ਕੀਤਾ। ਭਗਵਾਨ ਨੇ ਉਸ ਨੂੰ ਤੇਲ ਲਗਾਉਣ ਦੀ ਗੱਲ ਯਾਦ ਦਿਲਾ ਕੇ ਸੁੰਦਰ ਦੇਵਤਿਆਂ ਵਰਗਾ ਰੂਪ ਦਿੱਤਾ, ਜਿਸ ਨੂੰ ਵੇਖ ਕੇ ਉਰਵਸ਼ੀ ਵੀ ਉਸ ਨੂੰ ਚਾਹੁਣ ਲੱਗੀ। ਰਾਜਾ ਖੁਸ਼ ਹੋ ਕੇ ਆਪਣੇ ਘਰ ਨੂੰ ਚਲਾ ਗਿਆ। ਭਿੱਗੂ ਰਿਸ਼ੀ ਕਹਿਣ ਲੱਗੇ ਕਿ ਹੇ ਵਿਦਿਆਧਰ, ਤੁਸੀਂ ਕਿਉਂ ਦੁਖੀ ਹੁੰਦੇ ਹੋ? ਜੇਕਰ ਤੁਸੀਂ ਆਪਣਾ ਇਹ ਰਾਖਸ਼ੀ ਰੂਪ ਛੱਡਣਾ ਚਾਹੁੰਦੇ ਹੋ ਤਾਂ ਮੇਰਾ ਕਹਿਣਾ ਮੰਨ ਕੇ ਜਲਦੀ ਹੀ ਪਾਪਾਂ ਨੂੰ ਨਸ਼ਟ ਕਰਨ ਵਾਲੇ ਹੇਮਕੁੰਟ ਨਦੀ ਵਿੱਚ ਜਾ ਕੇ ਮਾਘ ਦਾ ਇਸ਼ਨਾਨ ਕਰੋ, ਜਿੱਥੇ ਰਿਸ਼ੀ, ਸਿੱਧ ਦੇਵਤਾ ਆਦਿ ਨਿਵਾਸ ਕਰਦੇ ਹਨ। ਹੁਣ ਮੈਂ ਇਸ ਦੀ ਵਿਧੀ ਦੱਸਦਾ ਹਾਂ। ਤੁਹਾਡੀ ਕਿਸਮਤ ਨਾਲ ਮਾਘ ਮਹੀਨਾ ਅੱਜ ਤੋਂ 5ਵੇਂ ਦਿਨ ਆਉਣ ਵਾਲਾ ਹੈ। ਪੋਹ ਸ਼ੁਕਲਾ ਏਕਾਦਸ਼ੀ ਨੂੰ ਇਸ ਦੀ ਸ਼ੁਰੂਆਤ ਕਰੋ। ਧਰਤੀ ਉੱਤੇ ਸੋਣਾ, ਜਿਤੇਂਦਰ ਰਹਿ ਕੇ ਦਿਨ ਵਿੱਚ 3 ਵਾਰ ਇਸ਼ਨਾਨ ਕਰਨਾ। ਸਾਰਾ ਮਹੀਨਾ ਨਿਰਾਹਾਰ ਰਹੋ। ਸਾਰੇ ਭੋਗਾਂ ਦਾ ਤਿਆਗ ਕਰੋ। ਤਿੰਨੋਂ ਸਮੇਂ ਭਗਵਾਨ ਵਿਸ਼ਨੂੰ ਦਾ ਪੂਜਨ ਕਰੋ। ਦਵਾਸ਼ੀ ਨੂੰ ਸ਼ਿਵ ਦਾ ਸਤੋਤਰ ਅਤੇ ਮੰਤਰਾਂ ਨਾਲ ਪੂਜਨ ਕਰੋ ਤਾਂ ਤੁਹਾਡਾ ਮੂੰਹ
ਕਾਮਦੇਵ ਵਰਗਾ ਹੋ ਜਾਵੇਗਾ ਅਤੇ ਦੇਵਤਾ ਵੀ ਤੁਹਾਡਾ ਮੂੰਹ ਦੇਖ ਕੇ ਹੈਰਾਨ ਰਹਿ ਜਾਣਗੇ। ਤੁਸੀਂ ਆਪਣੀ ਪਤਨੀ ਨਾਲ ਸੁਖਪੂਰਵਕ ਰਹੋਗੇ। ਮਾਘ ਮਹੀਨੇ ਦੇ ਪ੍ਰਭਾਵ ਨੂੰ ਜਾਣ ਕੇ ਹਮੇਸ਼ਾ ਮਾਘ ਮਹੀਨੇ ਦਾ ਇਸ਼ਨਾਨ ਕਰੋ। ਪਾਪ ਅਤੇ ਦਰਿਦਰਤਾ ਤੋਂ ਬਚਣ ਦੇ ਲਈ ਮਨੁੱਖ ਨੂੰ ਹਮੇਸ਼ਾ ਮਾਘ ਮਹੀਨੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਇਸ਼ਨਾਨ ਹਰ ਤਰ੍ਹਾਂ ਦੇ ਦਾਨਾਂ ਅਤੇ ਜੱਗਾਂ ਦੇ ਫਲ ਨੂੰ ਦਿੰਦਾ ਹੈ ਅਤੇ ਪਾਪਾਂ ਦਾ ਨਾਸ਼ ਕਰਦਾ ਹੈ। ਵਸ਼ਿਸ਼ਠ ਜੀ ਕਹਿੰਦੇ ਹਨ ਕਿ ਹੇ ਰਾਜਾ ਦਲੀਪ, ਭਿੱਖੂ ਜੀ ਨੇ ਇਹ ਕਥਾ ਵਿਦਿਆਧਰ ਨੂੰ ਸੁਣਾਈ ਸੀ। ਮਾਘ ਮਹੀਨੇ ਦੇ ਇਸ਼ਨਾਨ ਦਾ ਫਲ ਯੱਗਾਂ ਦੇ ਫਲਾਂ ਅਤੇ ਤੀਬਰ ਵਰਤਾਂ ਤੋਂ ਵੀ ਵੱਧ ਕੇ ਗਰਜਣਾ ਹੁੰਦਾ ਹੈ। ਪੁਸ਼ਕਰ, ਕੁਰੂਕਸ਼ੇਤਰ, ਬ੍ਰਹਮਾ ਵਰਤ, ਪ੍ਰਿਥੂਦਕ, ਕਾਸ਼ੀ, ਪ੍ਰਯਾਗ ਅਤੇ ਗੰਗਾ ਸਾਗਰ ਵਿੱਚ ਇਸ਼ਨਾਨ ਕਰਨ ਨਾਲ 12 ਸਾਲ ਵਿੱਚ ਮਨੁੱਖ ਨੂੰ ਜਿਹੜਾ ਫਲ ਮਿਲਦਾ ਹੈ, ਉਨਾ ਹੀ ਫਲ ਮਾਘ ਦਾ ਇਸ਼ਨਾਨ ਕਰਨ ਨਾਲ 3 ਦਿਨਾਂ ਵਿੱਚ ਪ੍ਰਾਪਤ ਹੋ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਚਿਰਕਾਲ ਤੱਕ ਸਵਰਗ ਵਿੱਚ ਰਹਿਣ ਵਾਲੇ ਇੱਛੁਕ ਮਨੁੱਖਾਂ ਨੂੰ ਹਮੇਸ਼ਾ ਕੋਸ਼ਿਸ਼ ਨਾਲ ਮਾਘ ਮਹੀਨੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਉਮਰ, ਅਰੋਗਤਾ, ਧਨ, ਰੂਪ, ਕਲਿਆਣ ਅਤੇ ਗੁਣ ਪ੍ਰਾਪਤ ਕਰਨ ਵਾਲਿਆਂ ਨੂੰ ਮਾਘ ਮਹੀਨੇ ਦਾ ਇਸ਼ਨਾਨ ਕਦੀ ਵੀ ਨਹੀਂ ਛੱਡਣਾ ਚਾਹੀਦਾ। ਪਾਪ ਅਤੇ ਦਰਿਦਰਤਾ ਤੋਂ ਡਰਨ ਵਾਲਿਆਂ ਨੂੰ ਅਤੇ ਦੁਰਭਾਗ ਰੂਪੀ ਚਿੱਕੜ ਨੂੰ ਧੋਣ ਦੇ ਲਈ ਮਾਘ ਦੇ ਇਸ਼ਨਾਨ ਤੋਂ ਵੱਧ ਕੇ ਹੋਰ ਕੋਈ ਉਪਾਅ ਨਹੀਂ ਹੈ। ਸ਼ਰਧਾਹੀਨ ਕਰਮਾਂ ਤੋਂ ਫਲ ਨਹੀਂ ਮਿਲਦਾ, ਪਰ ਮਾਘ ਦਾ ਇਸ਼ਨਾਨ ਚਾਹੇ ਕਿਸੇ ਤਰ੍ਹਾਂ ਨਾਲ ਵੀ ਕਿਉਂ ਨਾ ਕੀਤਾ ਗਿਆ ਹੋਵੇ, ਜ਼ਰੂਰ ਫਲ ਦਿੰਦਾ ਹੈ। ਮਾਘ ਦਾ ਇਸ਼ਨਾਨ ਕਰਨ ਵਾਲਾ ਇਸ ਲੋਕ ਅਤੇ ਪਰਲੋਕ ਵਿੱਚ ਹਮੇਸ਼ਾ ਸੁਖ ਪਾਉਂਦਾ ਹੈ। ਜਿਸ ਤਰ੍ਹਾਂ ਦੋਵਾਂ ਪੱਖਾਂ ਵਿੱਚ ਚੰਦਰਮਾ ਵੱਧਦਾ ਅਤੇ ਘਟਦਾ ਰਹਿੰਦਾ ਹੈ, ਉਸੇ ਤਰ੍ਹਾਂ ਹੀ ਮਾਘ ਮਹੀਨੇ ਦੇ ਇਸ਼ਨਾਨ ਨਾਲ ਪਾਪ ਘੱਟ ਹੋ ਜਾਂਦਾ ਹੈ। ਜਿਸ ਤਰ੍ਹਾਂ ਖਾਣ ਵਿੱਚੋਂ ਅਨੇਕ ਰਤਨ ਪੈਦਾ ਹੁੰਦੇ ਹਨ, ਉਸੇ ਤਰ੍ਹਾਂ ਹੀ ਮਾਘ ਮਹੀਨੇ ਦੇ ਇਸ਼ਨਾਨ ਨਾਲ ਸਾਰੇ ਪੁੰਨ ਫਲ ਪ੍ਰਾਪਤ ਹੋ ਜਾਂਦੇ ਹਨ। ਜਿਹੜਾ ਫਲ ਸਤਯੁਗ ਵਿੱਚ ਜਗ ਨਾਲ, ਤ੍ਰੇਤਾ ਵਿੱਚ ਤਪ ਨਾਲ ਪ੍ਰਾਪਤ ਹੁੰਦਾ ਹੈ, ਉਹੀ ਫਲ ਦੁਆਪਰ ਵਿੱਚ ਕਲਯੁਗ ਅਤੇ ਕਲਯੁਗ ਵਿੱਚ ਮਾਘ ਮਹੀਨੇ ਦੇ ਇਸ਼ਨਾਨ ਨਾਲ ਮਿਲ ਜਾਂਦਾ ਹੈ। ਵਸ਼ਿਸ਼ਠ ਜੀ ਕਹਿੰਦੇ ਹਨ, ਹੇ ਰਾਜਾ ਦਲੀਪ, ਭਿੱਖੂ ਜੀ ਨੇ ਇਹ ਬਚਨ ਸੁਣ ਕੇ ਵਿਦਿਆਧਰ ਆਪਣੀ ਇਸਤਰੀ ਸਹਿਤ ਉਸੇ ਥਾਂ ਵਿੱਚ ਪਰਬਤ ਦੇ ਝਰਨੇ ਤੋਂ ਮਾਘ ਮਹੀਨੇ ਦਾ ਇਸ਼ਨਾਨ ਕਰਦਾ ਰਿਹਾ ਅਤੇ ਇਸ ਦੇ ਪ੍ਰਭਾਵ ਨਾਲ ਉਸਦਾ ਮੂੰਹ ਦੇਵਤਾ ਦੇ ਸਮਾਨ ਹੋ ਗਿਆ ਅਤੇ ਉਹ ਮਣੀਨੀਲ ਪਰਬਤ ਉੱਤੇ ਆਨੰਦ ਨਾਲ ਰਹਿਣ ਲੱਗਾ। ਅਤੇ ਭਿੱਖੂ ਜੀ ਦੀ ਨਿਯਮ ਦੀ ਸਮਾਪਤੀ ਉੱਤੇ ਚੇਲਿਆਂ ਸਹਿਤ ਰੇਵਾ ਨਦੀ ਦੇ ਕੰਢੇ ਉੱਤੇ ਆ ਗਏ। ਜਿਹੜਾ ਕੋਈ ਵੀ ਇਸ ਮਹਾਤਮ ਨੂੰ ਸ਼ਰਧਾ ਸਹਿਤ ਪੜ੍ਹੇਗਾ, ਸੁਣਾਵੇਗਾ ਜਾਂ ਸੁਣੇਗਾ, ਉਸਦਾ ਰੂਪ ਵੀ ਦੇਵਤਿਆਂ ਦੇ ਸਮਾਨ ਹੋ ਜਾਵੇਗਾ। ਇੱਦਾਂ ਹੀ ਨਵੀਆਂ ਜਾਣਕਾਰੀਆਂ ਦੇ ਲਈ ਲਾਈਕ, ਸਬਸਕ੍ਰਾਈਬ ਕਰੋ।